ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਇਸ ਵਾਰ ਦਾ ਵੈਲੈਂਟਾਈਨ ਡੇ ਹੋਵੇਗਾ ਕਿਸਾਨਾਂ ਦੇ ਨਾਮ। ਵੈਂਕੂਵਰ ਦੇ ਵਿੱਚ ਕੱਢਿਆ ਜਾਵੇਗਾ ਕਿਸਾਨ ਵੈਲੈਂਟਾਈਨ ਮਾਰਚ। ਸਰੀ ਦੇ ਵਿੱਚ ਹੋ ਰਹੀ ਬਰਫ਼ਬਾਰੀ, 20 ਸੈਂਟੀਮੀਟਰ ਤੋਂ ਵੱਧ ਸਨੋ ਦੀ ਚੇਤਾਵਨੀ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਇੱਕੋ ਡਰਾਅ ਦੇ ਵਿੱਚ 27,000 ਲੋਕਾਂ ਨੂੰ ਪੀਆਰ ਦਾ ਸੱਦਾ। ਕੈਲਗਰੀ ਦੇ 36 ਸਾਲ ਦੇ ਵਿਅਕਤੀ ਦਾ ਕਾਰਨਾਮਾ, 90 ਸਾਲ ਦੀ ਬਜ਼ੁਰਗ ਦੇ ਨਾਲ ਕੀਤਾ ਜਿਨਸੀ ਸ਼ੋਸ਼ਣ। ਸਰੀ ਦੇ ਵਿੱਚ ਲੱਗੇਗਾ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ, ਮੇਅਰ ਨੇ ਦਿੱਤੀ ਇਸ ਦੇ ਬਾਰੇ ਵਿੱਚ ਜਾਣਕਾਰੀ। ਕੈਨੇਡਾ ਦੇ ਵਿੱਚ ਇਸ ਸਾਲ ਦਾ ਵੈਲੈਂਟਾਈਨਸ ਡੇ ਕਿਸਾਨਾਂ ਦੇ ਨਾਮ ਕੀਤਾ ਗਿਆ ਹੈ। ਵੈਂਕੂਵਰ ਡਾਊਨਟਾਊਨ ਦੇ ਵਿੱਚ ਕਿਸਾਨ ਵੈਲੈਂਟਾਈਨਸ ਮਾਰਚ ਕੱਢਿਆ ਜਾਵੇਗਾ, ਜਿਸ ਦੀ ਸ਼ੁਰੂਆਤ ਸਾਇੰਸ ਵਰਲਡ ਤੋਂ ਹੋਵੇਗੀ। ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਇਸ ਦੇ ਵਿੱਚ ਉਹ ਸ਼ਾਮਿਲ ਹੋਣ। ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਸਪੋਰਟ ਕਰਦਿਆਂ ਉਹ ਹਰੇ ਰੰਗ ਦੀ ਪੱਗ, ਸ਼ਰਟ ਜਾਂ ਫਿਰ ਸਕਾਰਫ ਪਾ ਕੇ ਆਉਣ। ਕੈਨੇਡਾ ਦੇ ਵਿੱਚ ਵੱਖਰੇ ਤਰੀਕੇ ਦਾ ਵੈਲੈਂਟਾਈਨਸ ਡੇ ਮਨਾਇਆ ਜਾਵੇਗਾ। ਇਹ ਵੈਲੈਂਟਾਈਨਸ ਡੇ ਕਿਸਾਨਾਂ ਦੇ ਨਾਲ ਜਾਣੀ ਕਿ ਉਹਨਾਂ ਦੇ ਹੱਕ ਦੇ ਵਿੱਚ ਹੋਵੇਗਾ। ਜੀ ਹਾਂ, ਇੱਥੇ ਫਾਰਮਰਸ ਵੈਲੈਂਟਾਈਨ ਮਾਰਚ ਕੱਢਿਆ ਜਾਵੇਗਾ। ਵੈਂਕੂਵਰ ਡਾਊਨਟਾਊਨ ਦੀਆਂ ਸੜਕਾਂ ਦੇ ਉੱਪਰ ਇਤਿਹਾਸ ਰਚਿਆ ਜਾਵੇਗਾ। ਇਸ ਮਾਰਚ ਦੀ ਸ਼ੁਰੂਆਤ ਕੱਲ੍ਹ 14 ਫਰਵਰੀ ਨੂੰ ਸਾਇੰਸ ਵਰਲਡ ਤੋਂ ਹੋਵੇਗੀ। ਇਹ ਮਾਰਚ 12:30 ਵਜੇ ਇੱਥੋਂ ਚੱਲੇਗਾ, ਜੋ ਕਿ ਗੈਸ ਟਾਊਨ ਤੋਂ ਹੁੰਦਾ ਹੋਇਆ ਇੰਡੀਅਨ ਕੌਂਸਲੇਟ ਤੱਕ ਜਾਵੇਗਾ। ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਵਾਪਸ ਉਸੇ ਜਗ੍ਹਾ ਦੇ ਉੱਪਰ ਮੁਕੰਮਲ ਹੋਵੇਗਾ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਸੀ, ਜਾਣੀ ਕਿ ਇਸ ਦਾ ਲਾਸਟ ਸਟਾਪ ਸਾਇੰਸ ਵਰਲਡ ਹੋਵੇਗਾ। ਇਸ ਮੌਕੇ ਤੇ ਇਸ ਮਾਰਚ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਰੇ ਰੰਗ ਦੀ ਪੱਗ, ਸ਼ਰਟ ਜਾਂ ਫਿਰ ਸਕਾਰਫ ਪਾ ਕੇ ਆਉਣ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਟੈਂਪਰੇਰੀ ਟੈਟੂਜ਼ ਬਣਾਉਣਾ ਚਾਹੁੰਦੇ ਹੋ ਆਪਣੇ ਮੱਥੇ ਦੇ ਉੱਪਰ ਜੋ ਕਿ ਕਿਸਾਨ ਅੰਦੋਲਨ ਨੂੰ ਸਪੋਰਟ ਕਰਨਗੇ, ਤਾਂ ਤੁਸੀਂ ਬਣਵਾ ਸਕਦੇ ਹੋ। ਨਾਲ ਹੀ ਹਰੇ ਰੰਗ ਦੇ ਝੰਡੇ, ਪੋਸਟਰਸ ਲੈ ਕੇ ਆਉਣ ਦੇ ਲਈ ਵੀ ਕਿਹਾ ਗਿਆ ਹੈ। ਦੱਸੀਏ ਕਿ ਲਗਾਤਾਰ ਕੈਨੇਡਾ ਦੇ ਉੱਪਰ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਪ੍ਰੋਟੈਸਟ ਸਪੋਰਟ ਕਰਦਿਆਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਕ ਪਾਸੇ ਭਾਰਤ ਦੇ ਵਿੱਚ ਦਿੱਲੀ ਕਿਸਾਨ ਧਰਨੇ ਦੇ ਉੱਪਰ ਬੈਠੇ ਨੇ ਆਪਣੇ ਹੱਕਾਂ ਦੀ ਲੜਾਈ ਦੇ ਵਾਸਤੇ, ਤੇ ਦੂਜੇ ਪਾਸੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵਸਦੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਲਗਾਤਾਰ ਇਸ ਮਾਮਲੇ ਦੇ ਵਿੱਚ ਆਪਣੀ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹਨ। ਇਨਵਾਇਰਨਮੈਂਟ ਕੈਨੇਡਾ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਸਰੀ ਅਤੇ ਹੋਰ ਕਈ ਹਿੱਸਿਆਂ ਦੇ ਵਿੱਚ ਜੋ ਬ੍ਰਿਟਿਸ਼ ਕੋਲੰਬੀਆ ਦੇ ਨੇ ਉੱਥੇ ਬਰਫ਼ਬਾਰੀ ਹੋ ਰਹੀ ਹੈ। ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇੱਥੇ 20 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਹੋ ਸਕਦੀ ਹੈ। ਨਾਲ ਦੀ ਨਾਲ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਵੇਲੇ ਸਾਵਧਾਨ ਰਹਿਣ ਅਤੇ ਨਾਨ ਐਸੈਂਸ਼ੀਅਲ ਟਰੈਵਲ ਨਾ ਕੀਤਾ ਜਾਵੇ। ਕਈ ਬੱਸਾਂ ਦੇ ਰੂਟ ਵੀ ਸਸਪੈਂਡ ਕਰ ਦਿੱਤੇ ਗਏ ਨੇ, ਕਿਉਂਕਿ ਸੜਕ ਦੇ ਉੱਪਰ ਆਉਣ ਜਾਣ ਵਾਲੇ ਵਾਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੂੰ ਕਈ ਤਰ੍ਹਾਂ ਦੀਆਂ ਅਜਿਹੀਆਂ ਖਬਰਾਂ ਮਿਲੀਆਂ, ਵਾਹਨ ਆਪਸ ਦੇ ਵਿੱਚ ਟਕਰਾਏ, ਪਰ ਰਾਹਤ ਦੀ ਖਬਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਇਨਵਾਇਰਨਮੈਂਟ ਕੈਨੇਡਾ ਵੱਲੋਂ ਵੈਂਕੂਵਰ ਆਈਲੈਂਡ ਦੇ ਵਾਸਤੇ ਵਿੰਟਰ ਸਟਾਰਮ ਵਾਰਨਿੰਗ ਜਾਰੀ ਕੀਤੀ ਗਈ ਸੀ। ਉਹਨਾਂ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਦੇ ਵਿੱਚ 20 ਸੈਂਟੀਮੀਟਰ ਸਨੋ ਪਵੇਗੀ। ਇਸ ਸਨੋ ਦੇ ਕਾਰਨ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਦੇ ਨਾਲ ਰਸਤੇ ਦੇ ਉੱਪਰ ਵਿਜ਼ਿਬਿਲਟੀ ਘਟ ਗਈ ਹੈ। ਮਲਾਟ ਹਾਈਵੇ ਦੇ ਉੱਪਰ 25 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਹੈ। ਗ੍ਰੇਟਰ ਵਿਕਟੋਰੀਆ ਦੇ ਵਾਸਤੇ ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਸੀ ਕਿ ਇੱਥੇ 10 ਤੋਂ 50 ਸੈਂਟੀਮੀਟਰ ਸਨੋ ਪਵੇਗੀ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਦੇ ਨਾਲ ਪੂਅਰ ਵਿਜ਼ਿਬਿਲਟੀ ਹੋ ਰਹੀ ਹੈ। ਇਸ ਸਭ ਤੋਂ ਬਾਅਦ ਵਿਕਟੋਰੀਆ ਪੁਲਿਸ ਡਿਪਾਰਟਮੈਂਟ ਨੇ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕਰਨ ਦੇ ਲਈ ਕਿਹਾ ਹੈ, ਕਿਉਂਕਿ ਕਈ ਵੱਡੇ ਰਸਤਿਆਂ ਤੋਂ ਲੰਘਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ। ਆਫੀਸਰਸ ਨੂੰ ਅਜਿਹੀਆਂ ਖਬਰਾਂ ਵੀ ਮਿਲੀਆਂ ਹਨ ਕਿ ਕਈ ਵਾਹਨ ਆਪਸ ਦੇ ਵਿੱਚ ਮੌਸਮ ਦੇ ਕਾਰਨ ਟਕਰਾ ਗਏ, ਪਰ ਰਾਹਤ ਦੀ ਖਬਰ ਹੈ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। BC ਟ੍ਰਾਂਜ਼ਿਟ ਵੱਲੋਂ ਕਵਿਚਨ ਵੈਲੀ ਦੇ ਸਾਰੇ ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਗਏ। ਦੱਸ ਦਈਏ ਕਿ ਸਨੋਫਾਲ ਵਾਰਨਿੰਗ ਸਾਰੇ ਮੈਟਰੋ ਵੈਂਕੂਵਰ ਦੇ ਲਈ ਜਾਰੀ ਕੀਤੀ ਗਈ ਹੈ। ਇਸ ਵੇਲੇ ਦੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵੱਲੋਂ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਇਤਿਹਾਸਿਕ ਡਰਾਅ ਦੇ ਤਹਿਤ ਪਹਿਲੀ ਵਾਰ ਹੋਇਆ ਹੈ ਕਿ 27,000 ਤੋਂ ਵੱਧ ਕੈਂਡੀਡੇਟਸ ਨੂੰ ਇੱਕੋ ਵਾਰ ਸੱਦੇ ਜਾਰੀ ਕੀਤੇ ਗਏ ਹੋਣ। ਕੁੱਲ ਮਿਲਾ ਕੇ 27,332 ਦੇ ਕਰੀਬ ਉਮੀਦਵਾਰਾਂ ਨੂੰ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ। ਦੱਸ ਦਈਏ ਕਿ ਕੈਨੇਡਾ ਵੱਲੋਂ ਜੋ ਟਾਰਗੇਟ ਰੱਖਿਆ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਜੋ ਡਰਾਅ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ। ਪਿਛਲੇ ਸਾਲ ਦਾ ਟਾਰਗੇਟ ਪੂਰਾ ਨਹੀਂ ਹੋ ਸਕਿਆ। ਇਸ ਵਾਰ ਦੇ ਡਰਾਅ ਨੂੰ ਦੇਖਦਿਆਂ ਇਹ ਪਤਾ ਚੱਲਦਾ ਹੈ ਕਿ ਕੈਨੇਡਾ ਸਰਕਾਰ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਲਈ ਕਿੰਨੀ ਗੰਭੀਰ ਹੈ।
ਦੱਸ ਦਈਏ ਕਿ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ 1 ਸਾਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੇ ਇਸ ਵਾਸਤੇ ਐਪਲੀਕੇਸ਼ਨਸ ਦਿੱਤੀਆਂ ਸਨ, ਫਾਈਲਾਂ ਲਗਾਈਆਂ ਸਨ, ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਨਾਲ ਹੀ ਜਿਨ੍ਹਾਂ ਦੇ ਕੋਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਘੱਟ ਪੁਆਇੰਟ ਸਨ, ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤੇ ਜਾਣਗੇ। ਕੈਨੇਡਾ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡਰਾਅ ਐਲਾਨਿਆ ਗਿਆ, ਜਾਂ ਫਿਰ ਕਹੀਏ ਕਿ ਇਤਿਹਾਸਿਕ ਡਰਾਅ ਦਾ ਐਲਾਨ ਕੀਤਾ ਗਿਆ ਹੈ। ਜੋ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ, ਇਸ ਦੇ ਵਿੱਚ ਇੱਕੋ ਵਾਰ ਅੰਦਰ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕੈਨੇਡਾ ਸਰਕਾਰ ਆਪਣੇ ਇਮੀਗ੍ਰੇਸ਼ਨ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਕਿੰਨੀ ਗੰਭੀਰ ਹੈ। ਦੱਸੀਏ ਕਿ ਜੋ ਪਿਛਲੇ ਸਾਲ ਦਾ ਟਾਰਗੇਟ ਰੱਖਿਆ ਗਿਆ ਸੀ, ਉਹ ਕੋਵਿਡ ਦੇ ਕਰਕੇ ਪੂਰਾ ਨਹੀਂ ਹੋ ਸਕਿਆ ਤੇ ਹੁਣ ਸਰਕਾਰ ਚਾਹੁੰਦੀ ਹੈ ਕਿ ਇਸ ਵਾਰ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜਿਨ੍ਹਾਂ ਦੇ ਵੀ ਪੁਆਇੰਟਸ ਘੱਟ ਸਨ, ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ, ਕਿਉਂਕਿ ਉਹਨਾਂ ਸਾਰਿਆਂ ਵਾਸਤੇ ਵੀ ਇਹ ਇਨਵੀਟੇਸ਼ਨ ਆ ਜਾਣਗੇ। ਜਿਹੜੇ ਵੀ ਉਮੀਦਵਾਰ ਕੈਨੇਡਾ ਦੇ ਵਿੱਚ ਆਪਣੀ 1 ਸਾਲ ਦੀ ਪੜ੍ਹਾਈ ਪੂਰੀ ਕਰ ਚੁੱਕੇ ਨੇ ਤੇ ਜਿਨ੍ਹਾਂ ਵੱਲੋਂ ਫਾਈਲਾਂ ਲਗਾਈਆਂ ਗਈਆਂ ਸੀ, ਉਹਨਾਂ ਵਾਸਤੇ ਖੁਸ਼ੀ ਦੀ ਵੱਡੀ ਖਬਰ ਹੈ। ਐਕਸਪ੍ਰੈਸ ਐਂਟਰੀ ਵੱਲੋਂ ਜੋ ਆਪਣਾ ਨਵਾਂ ਡਰਾਅ ਕੱਢਿਆ ਗਿਆ, ਉਸ ਦੇ ਤਹਿਤ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਫਰਵਰੀ 13 ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਵਾਰ ਦੇ ਡਰਾਅ ਦੇ ਵਿੱਚ ਇੱਕ ਚੀਜ਼ ਪਹਿਲੀ ਵਾਰ ਹੋਈ ਹੈ, ਉਹ ਹੈ ਕਿ ਇਸ ਵਾਰ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ ਰਾਊਂਡ ਦੇ ਵਿੱਚ ਉਮੀਦਵਾਰਾਂ ਨੂੰ ਸਿਰਫ 75 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਘੱਟ CRS ਰਿਕੁਆਇਰਮੈਂਟ ਸੀ। ਦੱਸ ਦਈਏ ਕਿ ਬੁੱਧਵਾਰ ਨੂੰ ਵੀ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਸੀ, ਜਿਸ ਦੇ ਤਹਿਤ 654 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਕੈਂਡੀਡੇਟਸ ਨੂੰ PR ਵਾਸਤੇ ਅਪਲਾਈ ਕਰਨ ਦੇ ਲਈ ਸੱਦੇ ਮਿਲੇ। ਇਸ ਦੇ ਨਾਲ ਹੀ 27,986 ਇਨਵੀਟੇਸ਼ਨ ਟੂ ਅਪਲਾਈ ਇਸ ਹਫ਼ਤੇ ਜਾਰੀ ਕੀਤੇ ਗਏ। IRCC ਵੱਲੋਂ ਇੱਕ ਟਾਈ ਬ੍ਰੇਕਿੰਗ ਰੂਲ ਵੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਜੋ ਆਪਣਾ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ 2021 ਤੋਂ 2023 ਤੱਕ ਦੇ ਲਈ ਐਲਾਨ ਕੀਤਾ ਗਿਆ ਹੈ, ਉਸ ਦੇ ਤਹਿਤ ਟਾਰਗੇਟ ਹੈ ਕਿ ਵੱਧ ਤੋਂ ਵੱਧ ਪ੍ਰਵਾਸੀ, ਜਾਣੀ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। IRCC ਵੱਲੋਂ 1,08,500 ਨਿਊ ਕਮਰਸ ਐਕਸਪ੍ਰੈਸ ਐਂਟਰੀ ਜ਼ਰੀਏ ਵੈਲਕਮ ਕਰਨ ਦਾ ਟਾਰਗੇਟ ਰੱਖਿਆ ਗਿਆ ਹੈ। ਅਗਲੇ ਸਾਲ ਦੇ ਵਿੱਚ ਇਹ ਟਾਰਗੇਟ 1,10,500 ਹੋਵੇਗਾ ਅਤੇ 2023 ਦੇ ਵਿੱਚ 1,13,750 ਦਾ ਟੀਚਾ ਹੋਵੇਗਾ। ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡਸੀਨੋ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ IRCC ਪੈਂਡੈਮਿਕ ਦੇ ਦੌਰਾਨ ਜ਼ਿਆਦਾ ਟੈਂਪਰੇਰੀ ਰੈਜ਼ੀਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸ ਕਰੇਗਾ ਤਾਂ ਕਿ ਐਂਬੀਸ਼ੀਅਸ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ। ਐਕਸਪ੍ਰੈਸ ਐਂਟਰੀ 3 ਪ੍ਰੋਗਰਾਮ ਦੇ ਲਈ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਪ੍ਰੋਗਰਾਮ ਹਨ: ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। IRCC ਵੱਲੋਂ ਹਰ ਦੂਸਰੇ ਹਫ਼ਤੇ ਡਰਾਅ ਦਾ ਐਲਾਨ ਕੀਤਾ ਜਾਂਦਾ ਹੈ, ਜਿੱਥੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਕੈਲਗਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 36 ਸਾਲ ਦੇ ਵਿਅਕਤੀ ਨੇ 90 ਸਾਲ ਦੀ ਬਜ਼ੁਰਗ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਦੇ ਚੱਲਦਿਆਂ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਕਈ ਚਾਰजेस ਲੱਗੇ ਨੇ। ਨਾਲ ਦੀ ਨਾਲ ਪੁਲਿਸ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਵੀ ਵਿਕਟਮਸ ਨੇ ਸੈਕਸ਼ੂਅਲ ਅਸੌਲਟ ਦੇ, ਉਹ ਪੁਲਿਸ ਨੂੰ ਜਾਣਕਾਰੀ ਦੇ ਸਕਦੇ ਹਨ, ਜਿਨ੍ਹਾਂ ਦਾ ਨੰਬਰ ਵੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 90 ਸਾਲ ਦੀ ਇੱਕ ਔਰਤ ਨੂੰ ਸੈਕਸ਼ੂਅਲੀ ਅਸੌਲਟ ਕਰਨ ਦੇ ਜੁਰਮ ਦੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਸ 36 ਸਾਲ ਦੇ ਵਿਅਕਤੀ ਨੂੰ ਕੈਲਗਰੀ ਪੁਲਿਸ ਵੱਲੋਂ ਜਿਨਸੀ ਸ਼ੋਸ਼ਣ ਦੇ ਕਾਰਨ ਚਾਰਜ ਕੀਤਾ ਗਿਆ। ਜਨਵਰੀ 1 ਨੂੰ ਇੱਕ 90 ਸਾਲ ਦੀ ਬਜ਼ੁਰਗ ਔਰਤ ਵੱਲੋਂ ਪੁਲਿਸ ਨੂੰ ਨਾਰਥ ਵੈਸਟ ਕੈਲਗਰੀ ਦੇ ਵਿੱਚ ਬੁਲਾਇਆ ਗਿਆ ਸੀ। ਔਰਤ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਉਸਦੇ ਘਰ ਦੇ ਵਿੱਚ ਦਾਖਲ ਹੋ ਗਿਆ ਹੈ ਤੇ ਉਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਹੈ। ਆਫੀਸਰਸ ਨੇ ਕਿਹਾ ਕਿ ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਜੁਰਮ ਨੂੰ ਵਿਅਕਤੀ ਨੇ ਅੰਜਾਮ ਦਿੱਤਾ ਹੈ। ਇਸ ਵਿਅਕਤੀ ਦੇ ਉੱਪਰ 7 ਚਾਰजेस ਲਗਾਏ ਗਏ ਹਨ। ਇਸ ਨੂੰ 2017 ਦੇ ਵਿੱਚ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਕੈਲਗਰੀ ਵਾਲਮਾਰਟ ਦੇ ਮੈਕਡੋਨਲਡ ਦੀ ਘਟਨਾ ਦੇ ਚੱਲਦਿਆਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵਿਅਕਤੀ ਗਨ ਦੇ ਨਾਲ ਇੱਥੇ ਦਾਖਲ ਹੋਇਆ ਸੀ। ਅਗਸਤ 16, 2017 ਦੀ ਇਹ ਘਟਨਾ ਹੈ। ਇਸ ਤੋਂ ਬਾਅਦ 30 ਲੋਕ ਪੈਨਿਕ ਹੋ ਕੇ ਰੈਸਟੋਰੈਂਟ ਤੋਂ ਬਾਹਰ ਭੱਜੇ ਸਨ। ਦੱਸੀਏ ਕਿ ਇਸ ਵਿਅਕਤੀ ਦੇ ਉੱਪਰ ਪੋਜੈਸ਼ਨ ਆਫ ਡਰੱਗਸ, ਪੋਜੈਸ਼ਨ ਆਫ ਐਨ ਇਮੀਟੇਸ਼ਨ ਵੈਪਨ ਫॉर द ਡੇਂਜਰਸ ਪਰਪਸ, ਕੈਰਿੰਗ ਅ ਕੰਸੀਲਡ ਵੈਪਨ ਅਤੇ ਯੂਜ਼ ਆਫ ਇਮੀਟੇਸ਼ਨ ਫਾਇਰਆਰਮ ਡਿਊਰਿੰਗ ਕਮਿਸ਼ਨ ਆਫ ਆਫੈਂਸ ਐਂਡ ਮਿਸਚੀਫ ਦੇ ਚੱਲਦਿਆਂ ਚਾਰਜ ਕੀਤਾ ਗਿਆ।
इस मौके के उपर कैलगरी पुलिस ने जानकारी दी है कि जेकर कोई भी सैक्शुअली असॉल्ट की रिपोर्ट पुलिस नूं करवाउणा चाहुंदा है तां ओह पुलिस दे नाल 4032661234 ਦੇ ਉੱਪਰ ਸੰਪਰਕ ਕਰ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ 4 ਕਮਿਊਨਿਟੀਜ਼ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਲੱਗਣ ਜਾ ਰਿਹਾ ਹੈ। ਸਰੀ ਦਾ ਵੀ ਇਸ ਦੇ ਵਿੱਚ ਨਾਮ ਸ਼ਾਮਿਲ ਹੈ, ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਰੋਕ ਲਗਾਈ ਜਾਵੇਗੀ। ਇਸ ਦੀ ਜਾਣਕਾਰੀ ਮੇਅਰ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦਾ ਪਲਾਨ ਹੈ ਵਾਤਾਵਰਣ ਦੇ ਪ੍ਰਤੀ ਉਸਦੇ ਇੱਕ ਕਦਮ ਹੋਰ ਅੱਗੇ ਆ ਜਾਣਗੇ ਇਸ ਐਲਾਨ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਥੋਂ ਦੀ 4 ਹੋਰ ਕਮਿਊਨਿਟੀਜ਼ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨ ਨੂੰ ਅਪਰੂਵ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ, ਸਰੀ ਸਮੇਤ 3 ਹੋਰ ਪ੍ਰੋਵਿੰਸ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਲਗਾਉਣ ਜਾ ਰਹੀ ਹੈ। ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਪਹਿਲਾਂ ਵੀ ਇੱਥੋਂ ਦੇ ਕੁਝ ਹਿੱਸਿਆਂ ਦੇ ਵਿੱਚ ਬੈਨ ਲਗਾਇਆ ਜਾ ਚੁੱਕਿਆ ਹੈ। ਇਨਵਾਇਰਨਮੈਂਟ ਮਿਨਿਸਟਰ ਜਾਰਜ ਨੇ ਕਿਹਾ ਕਿ ਪ੍ਰੋਵਿੰਸ ਦੀ ਮਨਜ਼ੂਰੀ ਦੀ ਜ਼ਰੂਰਤ ਤੋਂ ਬਿਨਾਂ ਸਿੰਗਲ ਯੂਜ਼ ਪਲਾਸਟਿਕ ਤੇ ਰੋਕ ਲਗਾਉਣ ਦੀ ਪਰਮਿਸ਼ਨ ਦੇਣ ਵਾਲੇ ਰੂਲਸ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਏਮ ਜਾਣੀ ਕਿ ਮਕਸਦ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦਾ ਹੈ। ਸਰੀ ਦੇ ਮੇਅਰ ਡਗ ਮੈਕਲਮ ਨੇ ਕਿਹਾ ਹੈ ਕਿ ਇੱਥੇ ਪਲਾਸਟਿਕ ਬੈਗ, ਫੋਮ ਕੱਪ ਅਤੇ ਟੇਕ ਆਊਟ ਕੰਟੇਨਰਸ ਦੇ ਉੱਪਰ ਬੈਨ ਤੇ ਅਪਰੂਵਲ ਦਾ ਮਤਲਬ ਹੈ ਕਿ ਉਹ ਆਪਣੇ ਪਲਾਨ ਨੂੰ ਪੂਰਾ ਕਰਨ ਦੇ ਵੱਲ ਵਧ ਰਹੇ ਹਨ। ਦੱਸ ਦਈਏ ਕਿ ਇਹ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਤਾਂ ਕਿ ਵਾਤਾਵਰਣ ਦੇ ਉੱਪਰ ਜੋ ਪਲਾਸਟਿਕ ਦਾ ਪ੍ਰਭਾਵ ਪੈਂਦਾ ਹੈ ਉਸ ਨੂੰ ਘੱਟ ਕੀਤਾ ਜਾ ਸਕੇ। ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਲਗਾਇਆ ਜਾ ਚੁੱਕਿਆ ਹੈ ਤੇ ਹੁਣ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੋਂ ਦੀਆਂ 4 ਹੋਰ ਕਮਿਊਨਿਟੀਜ਼ ਦੇ ਵਿੱਚ ਵੀ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ ਲਗਾਇਆ ਜਾ ਰਿਹਾ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ 296 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ 2021 ਦਾ ਮੈਨੀਟੋਬਾ ਦੇ ਵੱਲੋਂ ਕੱਢਿਆ ਗਿਆ ਇਹ ਤੀਸਰਾ ਡਰਾਅ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 296 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ 2021 ਦੇ ਹੁਣ ਤੱਕ 786 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਹ ਡਰਾਅ 12 ਫਰਵਰੀ ਨੂੰ ਕੱਢਿਆ ਗਿਆ। ਦੱਸ ਦਈਏ ਕਿ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੱਲੋਂ 2021 ਦਾ ਇਹ ਤੀਸਰਾ ਡਰਾਅ ਕੱਢਿਆ ਗਿਆ। ਸਕਿਲਡ ਵਰਕਰਸ ਦੇ ਲਈ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ 3 ਸਟਰੀਮਸ ਦੇ ਤਹਿਤ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ 3 ਸਟਰੀਮ ਹਨ: ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ, ਸਕਿਲਡ ਵਰਕਰਸ ਓਵਰਸੀਜ਼। ਦੱਸੀਏ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਵਾਸਤੇ 240 LAAs ਅਤੇ ਮਿਨੀਮਮ ਸਕੋਰ 514, ਸਕਿਲਡ ਵਰਕਰਸ ਓਵਰਸੀਜ਼ ਦੇ ਵਾਸਤੇ 23 LAAs ਅਤੇ ਮਿਨੀਮਮ ਸਕੋਰ 676 ਅਤੇ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਵਾਸਤੇ 23 LAAs ਅਤੇ ਕੋਈ ਵੀ EOI ਸਕੋਰ ਦੀ ਜ਼ਰੂਰਤ ਨਹੀਂ ਸੀ। ਕੁੱਲ 20 LAAs ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੇ ਕੋਲ ਗਏ। ਉਮੀਦਵਾਰਾਂ ਨੂੰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਜਾਰੀ ਕੀਤੇ ਜਾਂਦੇ ਹਨ, ਜੋ ਕਿ ਉਮਰ, ਕੰਮ ਦੇ ਤਜਰਬੇ ਅਤੇ ਪੜ੍ਹਾਈ, ਲੈਂਗੁਏਜ ਐਬਿਲਿਟੀ, ਸਕਿੱਲਸ ਦੇ ਉੱਪਰ ਆਧਾਰਿਤ ਹੁੰਦੇ ਹਨ। WHO ਵੱਲੋਂ ਕੋਵਿਡ-19 ਦੇ ਬਾਰੇ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚੰਗੀ ਖਬਰ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਕਰੋਨਾ ਮਾਮਲਿਆਂ ਦੇ ਵਿੱਚ ਤੇ ਨਾਲ ਦੀ ਨਾਲ ਮੌਤਾਂ ਦੀ ਗਿਣਤੀ ਵੀ ਘਟਦੀ ਨਜ਼ਰ ਆ ਰਹੀ ਹੈ। ਪਰ ਉਹਨਾਂ ਕਿਹਾ ਹੈ ਕਿ ਜੋ ਢਿੱਲ ਹੈ ਉਹ ਨਹੀਂ ਦੇਣੀ ਚਾਹੀਦੀ। ਜੋ ਪਾਬੰਦੀਆਂ ਵੱਖ-ਵੱਖ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਤਾਂ ਕਿ ਕਰੋਨਾ ਦੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ, ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਢਿੱਲ ਨਾ ਦਿੱਤੀ ਜਾਵੇ। ਕੋਵਿਡ-19 ਦੇ ਉੱਪਰ WHO ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਰੋਨਾ ਦੇ ਮਾਮਲਿਆਂ ਦੇ ਵਿੱਚ ਚਾਹੇ ਕਮੀ ਆ ਰਹੀ ਹੈ, ਪਰ ਪਾਬੰਦੀਆਂ ਦੇ ਵਿੱਚ ਢਿੱਲ ਨਾ ਦਿੱਤੀ ਜਾਵੇ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰੋਸ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਦੁਨੀਆ ਭਰ ਅੰਦਰ ਕਮੀ ਦੇਖੀ ਜਾ ਰਹੀ ਹੈ, ਜੋ ਕਿ ਉਤਸ਼ਾਹਿਤ ਕਰਨ ਵਾਲੀ ਹੈ, ਇੱਕ ਪੋਜ਼ਿਟਿਵ ਚੀਜ਼ ਹੈ। ਪਰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਵਿੱਚ ਮਦਦਗਾਰ ਰਹੀਆਂ ਪਾਬੰਦੀਆਂ ਦੇ ਵਿੱਚ ਢਿੱਲ ਨਾ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਚੌਥੇ ਹਫ਼ਤੇ ਕਮੀ ਆਈ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਦੂਜੇ ਹਫ਼ਤੇ ਘਟੀ ਹੈ। ਅਜਿਹਾ ਲੱਗਦਾ ਹੈ ਕਿ ਪੋਜ਼ਿਟਿਵ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਕਮੀ ਸਿਹਤ ਸੰਬੰਧੀ ਕਦਮਾਂ ਨੂੰ ਸਖਤੀ ਦੇ ਨਾਲ ਲਾਗੂ ਕੀਤੇ ਜਾਣ ਤੋਂ ਬਾਅਦ ਆਈ ਹੈ। ਅਸੀਂ ਸਾਰੇ ਇਸ ਚੀਜ਼ ਤੋਂ ਖੁਸ਼ ਹਾਂ ਕਿ ਅਜਿਹੇ ਹਾਲਾਤ ਹੁਣ ਕਾਬੂ ਦੇ ਵਿੱਚ ਆ ਰਹੇ ਹਨ, ਪਰ ਮੌਜੂਦਾ ਸਥਿਤੀ ਦੇ ਵਿੱਚ ਇਸ ਵਾਇਰਸ ਦੇ ਉੱਪਰ ਕਾਬੂ ਪਾਉਣਾ ਹੈ ਤਾਂ ਇਹਨਾਂ ਪਾਬੰਦੀਆਂ ਨੂੰ ਜਾਰੀ ਰੱਖਣਾ ਪਵੇਗਾ। ਉਹਨਾਂ ਕਿਹਾ ਕਿ ਅਜੇ ਸਮਾਂ ਨਹੀਂ ਆਇਆ ਕਿ ਦੇਸ਼ਾਂ ਤੋਂ ਪਾਬੰਦੀਆਂ ਨੂੰ ਹਟਾਇਆ ਜਾਵੇ। ਜੇਕਰ ਹੁਣ ਕਿਸੇ ਦੀ ਮੌਤ ਹੁੰਦੀ ਹੈ ਤਾਂ ਹੋਰ ਵਧੇਰੇ ਖਤਰਨਾਕ ਹੋਵੇਗੀ, ਕਿਉਂਕਿ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਹੈ। WHO ਨੇ ਦੱਸਿਆ ਹੈ ਕਿ ਦੁਨੀਆ ਭਰ ਦੇ ਵਿੱਚ ਵਾਇਰਸ ਦੇ 19 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਸ ਤੋਂ ਪਹਿਲਾਂ ਹਫ਼ਤੇ ਦੇ ਵਿੱਚ ਗਿਣਤੀ 32 ਲੱਖ ਸੀ।
ਦੱਸੀਏ ਕਿ WHO ਦੀ ਟੀਮ ਚਾਈਨਾ ਦੇ ਵਿੱਚ ਇਸ ਵਾਇਰਸ ਦਾ ਪਤਾ ਲਗਾਉਣ ਦੇ ਵਾਸਤੇ ਪਹੁੰਚੀ ਹੋਈ ਹੈ। ਉਹਨਾਂ ਵੱਲੋਂ ਆਪਣੀ ਰਿਪੋਰਟ ਅਧਿਐਨ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਲਕ ਨੇ ਆਪਣੇ ਪਾਲਤੂ ਕੁੱਤੇ ਦੇ ਲਈ ਜਾਇਦਾਦ ਛੱਡੀ ਹੈ। ਜਾਇਦਾਦ ਵੀ ਉਸ ਵੱਲੋਂ 36 ਕਰੋੜ ਦੀ ਪਿੱਛੇ ਛੱਡ ਦਿੱਤੀ ਗਈ ਹੈ। ਜੋ ਇਸ ਕੁੱਤੇ ਦੀ ਦੇਖਰੇਖ ਕਰਨ ਵਾਲੀ ਹੈ ਉਸਨੇ ਜਾਣਕਾਰੀ ਦਿੱਤੀ ਕਿ ਜੋ ਪੈਸਾ ਉਸ ਵੱਲੋਂ ਛੱਡਿਆ ਗਿਆ ਹੈ ਇਸ ਦੀ ਦੇਖਭਾਲ ਦੇ ਲਈ ਜੋ ਕੁੱਤਾ ਹੈ ਉਸ ਦੇ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਤੱਕ ਕਢਾਇਆ ਜਾਂਦਾ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਲਕ ਨੇ ਆਪਣੇ ਘਰ ਦੇ ਵਿੱਚ ਰੱਖੇ ਪਾਲਤੂ ਕੁੱਤੇ ਦੇ ਲਈ ਜਾਇਦਾਦ ਛੱਡੀ ਹੈ। ਉਸ ਵੱਲੋਂ ਆਪਣੇ ਕੁੱਤੇ ਦੇ ਵਾਸਤੇ $50 ਲੱਖ ਦੀ ਰਕਮ ਜਾਇਦਾਦ ਦੇ ਤੌਰ ਦੇ ਉੱਪਰ ਛੱਡੀ ਗਈ ਹੈ। ਇਹ ਵਿਅਕਤੀ ਨੈਸ਼ਵਿਲੇ ਵਿੱਚ ਰਹਿਣ ਵਾਲਾ ਹੈ ਜਿਸ ਨੇ ਆਪਣੇ ਪਾਲਤੂ ਕੁੱਤੇ ਜਿਸ ਦਾ ਨਾਮ ਲੂਲੂ ਹੈ ਉਸ ਦੇ ਵਾਸਤੇ ਇੱਕ ਵੱਡੀ ਰਕਮ ਜਾਇਦਾਦ ਦੇ ਤੌਰ ਦੇ ਉੱਪਰ ਛੱਡੀ ਹੈ। ਇਸ ਵਿਅਕਤੀ ਦਾ ਨਾਮ ਬਿਲ ਡੋਰਿਸ ਹੈ ਜੋ ਕਿ ਸਕਸੈਸਫੁਲ ਬਿਜ਼ਨਸਮੈਨ ਹੈ। ਪਿਛਲੇ ਸਾਲ ਉਹਨਾਂ ਦੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਇਸ ਕੁੱਤੇ ਦੀ ਦੇਖਰੇਖ ਕਰਨ ਵਾਲੀ ਮਾਰਥਾ ਵੱਲੋਂ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਡੋਰਿਸ ਨੇ ਆਪਣੀ ਵਸੀਅਤ ਦੇ ਵਿੱਚ ਲੂਲੂ ਦੀ ਦੇਖਰੇਖ ਦੇ ਲਈ ਪੈਸੇ ਟਰਸਟ ਦੇ ਵਿੱਚ ਜਮ੍ਹਾਂ ਕਰਨ ਅਤੇ ਉਸ ਦੀ ਦੇਖਰੇਖ ਦੇ ਲਈ ਹਰ ਮਹੀਨੇ ਉਸ ਵਿੱਚੋਂ ਰਕਮ ਦੇਣ ਦੀ ਇੱਛਾ ਜਤਾਈ ਹੈ। ਉਹਨਾਂ ਕਿਹਾ ਹੈ ਕਿ ਉਹ ਕੁੱਤੇ ਨੂੰ ਪਿਆਰ ਕਰਦੇ ਸਨ। ਬਾਰਟਨ ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਇੰਨੀ ਵੱਡੀ ਰਕਮ ਕਦੇ ਲੂਲੂ ਦੀ ਦੇਖਭਾਲ ਤੇ ਖਰਚ ਹੋ ਵੀ ਸਕੇਗੀ ਜਾਂ ਫਿਰ ਨਹੀਂ, ਕਿਉਂਕਿ ਇਹ ਪਾਲਤੂ ਕੁੱਤਾ ਅਜੇ 8 ਸਾਲ ਦਾ ਹੈ। ਬਾਰਟਨ ਹਰ ਮਹੀਨੇ ਲੂਲੂ ਦੀ ਦੇਖਰੇਖ ਦੇ ਲਈ ਜ਼ਰੂਰੀ ਪੈਸੇ ਕੱਢ ਸਕਦੀ ਹੈ। ਉਸਨੇ ਕਿਹਾ ਹੈ ਕਿ ਉਹ ਯਕੀਨੀ ਕਰੇਗੀ ਕਿ ਲੂਲੂ ਖੁਸ਼ ਰਹੇ ਅਤੇ ਉਸ ਨੂੰ ਪੂਰਾ ਭਰਪੂਰ ਪਿਆਰ ਮਿਲੇ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਕਹਿਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਰੋਜ਼ਾਨਾ ਕਈ ਲੋਕ ਅਜਿਹੇ ਨੇ ਜੋ ਆਪਣੀ ਜਾਨ ਇਸ ਵਾਇਰਸ ਦੇ ਕਾਰਨ ਗਵਾ ਰਹੇ ਹਨ। ਇਸ ਦੇ ਕਰਕੇ ਹੁਣ ਜੋ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ ਉਸ ਦੇ ਮੁਤਾਬਕ 4,81,000 ਤੋਂ ਵੱਧ ਅਜਿਹੇ ਲੋਕ ਹਨ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਕੋਵਿਡ-19 ਦੇ ਕਰਕੇ ਮੌਤ ਹੋ ਗਈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਵਿੱਚ ਕੋਰੋਨਾ ਦੇ ਕਾਰਨ 4,81,00,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੱਸੀਏ ਕਿ ਅਮਰੀਕਾ ਦੀ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਇਹ ਡੇਟਾ ਅੰਕੜੇ ਜਾਰੀ ਕੀਤੇ ਗਏ ਹਨ ਜਿਸ ਦੇ ਮੁਤਾਬਕ ਅਮਰੀਕਾ ਦੇ ਵਿੱਚ ਕੋਰੋਨਾ ਪੈਂਡੇਮਿਕ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 4,81,000 ਤੋਂ ਜ਼ਿਆਦਾ ਹੋ ਗਈ ਹੈ। ਦੱਸੀਏ ਕਿ ਅਮਰੀਕਾ ਦੇ ਵਿੱਚ ਨਿਊਯਾਰਕ, ਕੈਲੀਫੋਰਨੀਆ, ਟੈਕਸਸ ਪੂਰੀ ਤਰ੍ਹਾਂ ਦੇ ਨਾਲ ਕੋਰੋਨਾ ਦੇ ਨਾਲ ਪ੍ਰਭਾਵਿਤ ਦੇਖੇ ਜਾ ਰਹੇ ਹਨ। ਕੈਲੀਫੋਰਨੀਆ ਦੇ ਵਿੱਚ ਹੁਣ ਤੱਕ 46,435 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਨਿਊਯਾਰਕ ਦੇ ਵਿੱਚ 46,000 ਤੋਂ ਵੱਧ ਲੋਕਾਂ ਦੀ ਵਾਇਰਸ ਦੇ ਕਾਰਨ ਜਾਨ ਗਈ ਹੈ। ਟੈਕਸਸ ਦੀ ਜੇਕਰ ਗੱਲ ਕਰੀਏ ਤਾਂ ਇੱਥੇ 41,063 ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੇ ਵਾਇਰਸ ਦੇ ਕਾਰਨ ਜਾਨ ਗਵਾਈ ਹੈ। ਉਧਰ ਫਲੋਰੀਡਾ ਦੇ ਵਿੱਚ 28,574 ਦੇ ਕਰੀਬ ਕੋਵਿਡ ਦੇ ਕਾਰਨ ਮੌਤਾਂ ਦੇਖੀਆਂ ਗਈਆਂ ਨੇ। ਪੈਂਸਿਲਵੇਨੀਆ ਦੇ ਵਿੱਚ ਕੋਵਿਡ-19 ਦੇ ਕਰਕੇ 23,007 ਲੋਕਾਂ ਦੀ ਜਾਨ ਗਈ ਹੈ। ਤੇ ਨਿਊ ਜਰਸੀ ਦੇ ਵਿੱਚ 22,393 ਦੇ ਕਰੀਬ ਕੋਵਿਡ-19 ਦੇ ਕਰਕੇ ਮੌਤਾਂ ਹੋਈਆਂ ਹਨ। ਦੱਸੀਏ ਕਿ ਬਾਕੀ ਦੇਸ਼ਾਂ ਦੇ ਵਾਂਗ ਅਮਰੀਕਾ ਦੇ ਵਿੱਚ ਵੀ ਵੈਕਸੀਨੇਸ਼ਨ ਚੱਲ ਰਹੀ ਹੈ। ਉਸ ਤੋਂ ਬਾਅਦ ਵੀ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਉਧਰ ਜੋ ਬਾਈਡਨ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਮੁੱਖ ਮਕਸਦ ਹੈ ਕਿ ਕੋਵਿਡ-19 ਵੈਕਸੀਨੇਸ਼ਨ ਨੂੰ ਤੇਜ਼ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਅਮਰੀਕਨਸ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਸਕੇ ਤਾਂ ਕਿ ਇੱਥੇ ਜੋ ਹਾਲਾਤ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕਾਬੂ ਦੇ ਵਿੱਚ ਕਰ ਲਿਆ ਜਾਵੇ। ਐਸਟ੍ਰਾਜੇਨੇਕਾ ਕੋਵਿਡ-19 ਵੈਕਸੀਨ ਵੱਲੋਂ ਬੱਚਿਆਂ ਦੇ ਉੱਪਰ ਟ੍ਰਾਇਲ ਕੀਤਾ ਜਾਵੇਗਾ। ਇਸ ਦੇ ਲਈ ਉਹਨਾਂ ਬੱਚਿਆਂ ਦੀ ਚੋਣ ਕੀਤੀ ਜਾਵੇਗੀ ਜਿਹੜੇ ਖੁਦ ਆਪਣੇ ਆਪ ਇਹ ਟੀਕਾ ਲਗਵਾਉਣਾ ਚਾਹੁੰਦੇ ਨੇ ਤਾਂ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਇਹ ਕਿੰਨੀ ਫੀਸਦੀ ਤੱਕ ਬੱਚਿਆਂ ਦੇ ਉੱਪਰ ਸੁਰੱਖਿਅਤ ਹੈ। ਵੱਖ-ਵੱਖ ਹੋਰ ਕੰਪਨੀਆਂ ਦੇ ਅਜਿਹੇ ਟੀਕੇ ਹਨ ਜਿਨ੍ਹਾਂ ਵੱਲੋਂ ਪਹਿਲਾਂ ਹੀ ਬੱਚਿਆਂ ਦੇ ਉੱਪਰ ਟ੍ਰਾਇਲ ਕੀਤਾ ਜਾ ਰਿਹਾ ਹੈ। ਕੋਵਿਡ-19 ਵੈਕਸੀਨ ਐਸਟ੍ਰਾਜੇਨੇਕਾ ਦੇ ਬਾਰੇ ਵਿੱਚ ਇੱਕ ਖਬਰ ਸਾਹਮਣੇ ਆਈ ਹੈ। ਇਸ ਟੀਕੇ ਵੱਲੋਂ ਬੱਚਿਆਂ ਦੇ ਲਈ ਪਰੀਖਣ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਕਸਫੋਰਡ ਯੂਨੀਵਰਸਿਟੀ ਆਪਣੇ ਕੋਵਿਡ-19 ਵੈਕਸੀਨ ਦਾ ਪਰੀਖਣ ਬੱਚਿਆਂ ਦੇ ਉੱਪਰ ਕਰਨ ਦੇ ਉੱਪਰ ਵਿਚਾਰ ਕਰ ਰਹੀ ਹੈ। ਇਸ ਟੀਕੇ ਦੇ ਟ੍ਰਾਇਲ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਵਾਸਤੇ 6 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਦੇ 300 ਅਜਿਹੇ ਬੱਚਿਆਂ ਦੀ ਜ਼ਰੂਰਤ ਹੋਵੇਗੀ ਜੋ ਆਪਣੇ ਆਪ ਇਹ ਵੈਕਸੀਨ ਲਗਵਾਉਣਾ ਚਾਹੁੰਦੇ ਹਨ। ਇਹਨਾਂ ਵਿੱਚੋਂ 240 ਨੂੰ ਕੋਵਿਡ-19 ਦਾ ਅਤੇ ਬਾਕੀ 60 ਨੂੰ ਮੈਨਿਨਜਾਈਟਿਕਸ ਦਾ ਟੀਕਾ ਲਗਾਇਆ ਜਾਵੇਗਾ। ਆਕਸਫੋਰਡ ਵੈਕਸੀਨ ਰਿਸਰਚ ਦੇ ਮੁੱਖ ਰਿਸਰਚਰ ਨੇ ਕਿਹਾ ਹੈ ਕਿ ਜ਼ਿਆਦਾਤਰ ਬੱਚੇ ਕੋਵਿਡ-19 ਦੇ ਕਰਕੇ ਗੰਭੀਰ ਤੌਰ ਦੇ ਉੱਪਰ ਬਿਮਾਰ ਹੁੰਦੇ ਹਨ। ਉਹਨਾਂ ਦੇ ਵਿੱਚ ਇਸ ਦੇ ਕਾਰਨ ਇਮਿਊਨਿਟੀ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਵੈਕਸੀਨ ਦੇ ਨਾਲ ਬੱਚਿਆਂ ਨੂੰ ਲਾਭ ਤਾਂ ਹੋਵੇਗਾ ਹੀ।
ਦੁਨੀਆ ਦੇ 50 ਤੋਂ ਵਧੇਰੇ ਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੇ ਐਸਟ੍ਰਾਜੈਨੇਕਾ ਵੱਲੋਂ ਤਿਆਰ ਕੀਤੇ ਗਏ ਟੀਕੇ ਦੀ ਸਪਲਾਈ ਕੀਤੇ ਜਾ ਰਹੇ ਆਕਸਫੋਰਡ ਟੀਕੇ ਨੂੰ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦਿੱਤੀ ਹੈ। ਦੱਸੀਏ ਕਿ ਹੋਰ ਦਵਾਈ ਕੰਪਨੀਆਂ ਵੀ ਬੱਚਿਆਂ ਦੇ ਉੱਪਰ ਆਪਣੇ ਟੀਕੇ ਦਾ ਟ੍ਰਾਇਲ ਕਰ ਰਹੀਆਂ ਹਨ। ਫਾਈਜ਼ਰ ਦਾ ਵੈਕਸੀਨ ਪਹਿਲਾਂ ਤੋਂ ਹੀ 16 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। ਇਸ ਨੇ ਅਕਤੂਬਰ 2020 ਦੇ ਵਿੱਚ ਹੀ 12 ਸਾਲ ਤੱਕ ਦੇ ਬੱਚਿਆਂ ਤੇ ਆਪਣੇ ਟ੍ਰਾਇਲ ਨੂੰ ਸ਼ੁਰੂ ਕਰ ਦਿੱਤਾ ਸੀ। ਉੱਥੇ ਮੋਡਰਨਾ ਨੇ ਦਸੰਬਰ 2020 ਦੇ ਵਿੱਚ ਬੱਚਿਆਂ ਤੇ ਵੈਕਸੀਨੇਸ਼ਨ ਦੇ ਟ੍ਰਾਇਲ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਦੇ ਵਿੱਚ ਨਾਮ ਐਸਟ੍ਰਾਜੈਨੇਕਾ ਵੈਕਸੀਨ ਦਾ ਵੀ ਸ਼ਾਮਲ ਹੋ ਗਿਆ ਹੈ, ਜਿਸ ਵੱਲੋਂ ਬੱਚਿਆਂ ਦੇ ਉੱਪਰ ਟ੍ਰਾਇਲ ਕੀਤਾ ਜਾਵੇਗਾ। ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ, ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਨੇ ਮੌਜੂਦਾ ਹਾਲਾਤ, ਯਾਨੀ ਕਿ ਕੀ ਹੈ ਕੇਸਿਸ ਓਵਰਵਿਊ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1300 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਉੱਥੇ 19 ਮੌਤਾਂ ਇਸ ਵਾਇਰਸ ਦੇ ਕਾਰਨ ਇੱਥੇ ਦਰਜ ਕੀਤੀਆਂ ਗਈਆਂ। ਅੱਜ ਆਏ ਕੋਵਿਡ ਮਾਮਲਿਆਂ ਤੋਂ ਬਾਅਦ 2,84,887 ਦੇ ਕਰੀਬ ਕੁੱਲ ਮਾਮਲੇ ਅਜਿਹੇ ਹੋ ਚੁੱਕੇ ਨੇ ਜੋ ਹੁਣ ਤੱਕ ਪ੍ਰੋਵਿੰਸ ਦੇ ਵਿੱਚ ਪੋਜ਼ਿਟਿਵ ਪਾਏ ਗਏ। ਟੋਰਾਂਟੋ ਤੋਂ 433, ਪੀਲ ਰੀਜਨ ਤੋਂ 293, ਯਾਰਕ ਰੀਜਨ ਤੋਂ 116 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸੀਏ ਕਿ ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,65,893 ਰਿਕਵਰਡ ਕੇਸ ਹਨ। ਯੂਕੇ ਵੇਰੀਐਂਟ ਦੇ ਨਾਲ ਸੰਬੰਧਿਤ ਓਨਟਾਰੀਓ ਦੇ ਵਿੱਚ 297 ਮਾਮਲੇ ਹਨ ਅਤੇ ਸਾਊਥ ਅਫਰੀਕਾ ਦੇ ਨਾਲ ਸੰਬੰਧਿਤ ਵੇਰੀਐਂਟ ਦੇ ਇੱਥੇ 3 ਮਾਮਲਿਆਂ ਦੀ ਪੁਸ਼ਟੀ ਹੋਈ ਹੈ। अस्पताल ਦੇ ਵਿੱਚ ਮਰੀਜ਼ਾਂ ਦੀ ਗਿਣਤੀ 786 ਹੈ, ਜਿਨ੍ਹਾਂ ਵਿੱਚੋਂ 287 ਇੰਟੈਂਸਿਵ ਕੇਅਰ ਅਧੀਨ ਅਤੇ 203 ਵੈਂਟੀਲੇਟਰ ਦੇ ਉੱਪਰ ਹਨ। ਓਨਟਾਰੀਓ ਤੋਂ 1049 ਮਾਮਲੇ ਸਾਹਮਣੇ ਆਏ ਅਤੇ 33 ਮੌਤਾਂ ਦਰਜ ਕੀਤੀਆਂ ਗਈਆਂ। ਇੱਥੇ ਹੁਣ ਤੱਕ 2,75,880 ਦੇ ਕਰੀਬ ਕਨਫਰਮਡ ਕੇਸਿਸ ਨੇ। 10,201 ਦੇ ਕਰੀਬ ਹੁਣ ਤੱਕ ਇੱਥੇ ਜਾਨਾਂ ਜਾ ਚੁੱਕੀਆਂ ਨੇ। अस्पताल ਦੇ ਵਿੱਚ 812 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 130 ਇੰਟੈਂਸਿਵ ਕੇਅਰ ਅਧੀਨ ਨੇ। ਮੈਨੀਟੋਬਾ ਦੇ ਵਿੱਚ ਬੰਦ ਪਏ ਰੈਸਟੋਰੈਂਟਸ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਹਨਾਂ ਨੂੰ ਖੋਲ੍ਹਿਆ ਗਿਆ। ਦੱਸੀਏ ਕਿ ਇੱਥੇ ਰੈਸਟੋਰੈਂਟ ਨੂੰ 25% ਕੈਪੈਸਿਟੀ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਜੋ ਪਾਬੰਦੀਆਂ ਕੋਵਿਡ-19 ਦੇ ਕਰਕੇ ਲਗਾਈਆਂ ਗਈਆਂ ਸਨ, ਉਹਨਾਂ ਦੇ ਵਿੱਚ ਹੁਣ ਢਿੱਲ ਦਿੱਤੀ ਗਈ ਹੈ। ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੌਰਾਨ 100 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਕ ਮੌਤ ਵੀ ਇੱਥੇ ਕੋਰੋਨਾ ਵਾਇਰਸ ਦੇ ਕਾਰਨ ਰਿਕਾਰਡ ਕੀਤੀ ਗਈ ਹੈ। ਮੈਨੀਟੋਬਾ ਦੇ ਵਿੱਚ ਹੁਣ ਤੱਕ 8,23,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 21,213 ਦੇ ਕਰੀਬ ਇੱਥੇ ਮੌਤਾਂ ਦਰਜ ਕੀਤੀਆਂ ਗਈਆਂ ਨੇ। 7,65,000 ਦੇ ਕਰੀਬ ਕੋਵਿਡ-19 ਤੋਂ ਰਿਕਵਰਡ ਹੋਏ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਇਸ ਵਾਰ ਦਾ ਵੈਲੈਂਟਾਈਨ ਡੇ ਹੋਵੇਗਾ ਕਿਸਾਨਾਂ ਦੇ ਨਾਮ। ਵੈਂਕੂਵਰ ਦੇ ਵਿੱਚ ਕੱਢਿਆ ਜਾਵੇਗਾ ਕਿਸਾਨ ਵੈਲੈਂਟਾਈਨ ਮਾਰਚ। ਸਰੀ ਦੇ ਵਿੱਚ ਹੋ ਰਹੀ ਬਰਫ਼ਬਾਰੀ, 20 ਸੈਂਟੀਮੀਟਰ ਤੋਂ ਵੱਧ ਸਨੋ ਦੀ ਚੇਤਾਵਨੀ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਇੱਕੋ ਡਰਾਅ ਦੇ ਵਿੱਚ 27,000 ਲੋਕਾਂ ਨੂੰ PR ਦਾ ਸੱਦਾ। ਕੈਲਗਰੀ ਦੇ 36 ਸਾਲ ਦੇ ਵਿਅਕਤੀ ਦਾ ਕਾਰਨਾਮਾ, 90 ਸਾਲ ਦੀ ਬਜ਼ੁਰਗ ਦੇ ਨਾਲ ਕੀਤਾ ਜਿਨਸੀ ਸ਼ੋਸ਼ਣ। ਸਰੀ ਦੇ ਵਿੱਚ ਲੱਗੇਗਾ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਬੈਨ, ਮੇਅਰ ਨੇ ਦਿੱਤੀ ਇਸ ਦੇ ਬਾਰੇ ਵਿੱਚ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।